किसानां ते केंद्र विचाले फिलहाल गलबात की संभावना नहीं लग रही। केंद्र के सदे ते किसानां ने जवाब दिता। किसानां ने कहा कि सरकार कोई लिखती ठोस प्रस्ताव भेजे फिर ही गलबात की जाएगी। पंज दौर ਦੀਆਂ ਮੀਟਿੰਗਾਂ ਤੋਂ ਬਾਅਦ ਲੱਗਦਾ ਹੈ ਕਿ ਹੁਣ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਚਿੱਠੀਆਂ ਦੇ ਜ਼ਰੀਏ ਗੱਲਬਾਤ ਹੋ ਰਹੀ ਹੈ। ਇੱਕ ਚਿੱਠੀ ਸਰਕਾਰ ਦੇ ਵੱਲੋਂ ਭੇਜੀ ਜਾਂਦੀ ਹੈ ਜਿਸ ਵਿੱਚ ਖੇਤੀ ਕਾਨੂੰਨਾਂ ਸੋਧਾ ਕਰਨ ਦਾ ਜ਼ਿਕਰ ਹੁੰਦਾ ਹੈ ਤਾਂ ਇੱਕ ਚਿੱਠੀ ਕਿਸਾਨਾਂ ਦੇ ਵੱਲੋਂ ਭੇਜੀ ਜਾਂਦੀ ਹੈ ਜਿਸ ਵਿੱਚ ਸਰਕਾਰ ਦੀਆਂ ਦਲੀਲਾਂ ਦਾ ਸਰਕਾਰ ਦੀ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਤੇ ਖੇਤੀਬਾੜੀ ਮੰਤਰੀ ਨੂੰ ਚਿੱਠੀ ਲਿਖਣ ਤੋਂ ਬਾਅਦ ਹੁਣ ਕਿਸਾਨਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਅਤੇ ਖੇਤੀਬਾੜੀ ਮੰਤਰਾਲੇ ਦੇ ਸਾਂਝੇ ਸਕੱਤਰ ਨੂੰ ਚਿੱਠੀ ਭੇਜ ਕੇ ਸਰਕਾਰ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ। ਚਿੱਠੀ ਵਿੱਚ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਹ ਚਿੱਠੀਆਂ ਸਾਂਝੇ ਕਿਸਾਨ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਦੀ ਰਾਏ ਹੈ, ਇਸ ਲਈ ਇਹਨਾਂ ਚਿੱਠੀਆਂ ਨੂੰ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਨਾ ਸਮਝਿਆ ਜਾਵੇ। ਕਿਸਾਨਾਂ ਨੇ ਲਿਖਿਆ, ਤੁਹਾਡੇ ਵੱਲੋਂ 20 ਦਸੰਬਰ ਨੂੰ ਭੇਜੀ ਗਈ ਚਿੱਠੀ ਦਾ ਜਵਾਬ ਹੈ ਕਿ ਡਾਕਟਰ ਦਰਸ਼ਨਪਾਲ ਦੇ ਵੱਲੋਂ ਭੇਜੀ ਗਈ ਪਹਿਲਾਂ ਵਾਲੀ ਚਿੱਠੀ ਅਤੇ ਇਹ ਚਿੱਠੀ ਸਾਂਝਾ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੀ ਸਾਂਝੀ ਰਾਏ ਹੈ। ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਰਤ ਸਰਕਾਰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਹਰ ਹੱਥਕੰਡਾ ਅਪਣਾ ਰਹੀ ਹੈ ਅਤੇ ਗੱਲਬਾਤ ਵਿੱਚ ਵੀ ਚਲਾਕੀ ਵਰਤ ਰਹੀ ਹੈ। ਇਸ ਰਵੱਈਏ ਕਰਕੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਦੇ ਲਈ ਮਜਬੂਰ ਕਰ ਰਹੀ ਹੈ। ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਸਾਨੂੰ ਖੇਤੀ ਕਾਨੂੰਨਾਂ ਦੇ ਵਿੱਚ ਸੋਧਾਂ ਨਹੀਂ ਚਾਹੀਦੀਆਂ। ਸਾਡੀ ਮੰਗ ਸਾਫ਼ ਹੈ ਕਿ ਤਿੰਨੇ ਕਾਨੂੰਨ ਪੂਰਨ ਰੂਪ ਦੇ ਵਿੱਚ ਵਾਪਸ ਲਏ ਜਾਣ। ਸਰਕਾਰ ਵੱਲੋਂ ਭੇਜਿਆ ਗਿਆ MSP ਦਾ ਪ੍ਰਪੋਜ਼ਲ ਵੀ ਸਪਸ਼ਟ ਨਹੀਂ ਹੈ। ਅਸੀਂ MSP ਦੀ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਹਾਂ। ਬਿਜਲੀ ਸੋਧ ਬਿੱਲ ਬਾਰੇ ਵੀ ਪ੍ਰਪੋਜ਼ਲ ਵਿੱਚ ਕੁਝ ਸਪਸ਼ਟ ਨਹੀਂ ਹੈ। 에ਅਰ ਕੁਆਲਿਟੀ ਬਿੱਲ ਬਾਰੇ ਤੁਹਾਡਾ ਭਰੋਸਾ ਵੀ ਖੋਖਲਾ ਹੈ। ਕਿਸਾਨ ਜਥੇਬੰਦੀਆਂ ਸਰਕਾਰ ਦੇ ਨਾਲ ਗੱਲਬਾਤ ਲਈ ਤਿਆਰ ਨੇ, ਪਰ ਸਰਕਾਰ ਵੀ ਖੁੱਲੇ ਦਿਲ ਅਤੇ ਸਾਫ਼ ਨੀਅਤ ਨਾਲ ਗੱਲ ਕਰੇ। ਵਾਰ-ਵਾਰ ਉਹੀ ਪ੍ਰਪੋਜ਼ਲ ਦੁਹਰਾਉਣ ਦੀ ਬਜਾਏ ਸਰਕਾਰ ਮੰਗਾਂ ਬਾਰੇ ठोस प्रपोजल भेजे ताकि जल्द गलबात शुरू हो सके। इन्ना ही नहीं, किसान जथेबंदियां ने यह भी इल्जाम लाया कि सरकार चिट्ठियों के जरिए किसान ही नहीं पूरे देश नूं गुमराह कर रही है। जथेबंदियां ने इस दावे नूं नकारिया है जिस विच सरकार कहती है कि पहला कुछ जथेबंदियां सोधां लई मन गईयां सन। हम आपको आश्वस्त करना चाहते हैं कि प्रदर्शनकारी किसान और किसान संगठन सरकार से वार्ता के लिए तैयार हैं और इंतजार कर रहे हैं कि सरकार कब खुले मन, खुले दिमाग और साफ नीयत से इस वार्ता को आगे बढ़ाए। आपसे आग्रह है कि आप निरर्थक संशोधनों के खारिज प्रस्तावों को दोहराने की बजाय कोई ठोस प्रस्ताव लिखित रूप में भेजें ताकि उसे एजेंडा बनाकर जल्द से जल्द वार्ता के सिलसिले को दोबारा शुरू किया जा सके। मामला गलबात दे वल वधदा होया हाल दी घड़ी नजर नहीं आ रहा क्योंकि दोवें धिरां आपो अपने स्टैंड ते उसे तरह खड़ियां होईयां ने। ब्यूरो रिपोर्ट न्यूज़ 18। ਤਾਂ ਰੇੜਕਾ ਬਰਕਰਾਰ ਹੈ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ, ਪਰ ਇਸ ਸਭ ਦੇ ਵਿਚਾਲੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਤੇ ਕਿਸਾਨਾਂ ਦੀ ਮਦਦ ਦੇ ਲਈ ਸਮਾਜ ਸੇਵੀ ਵੱਡੀ ਗਿਣਤੀ 'ਚ ਅੱਗੇ ਆ ਰਹੇ ਨੇ ਤੇ ਕਿਸਾਨਾਂ ਦੇ ਲਈ तमाम ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਇੱਕ ਤੋਂ ਬਾਅਦ ਇੱਕ ਕਿਸ ਤਰ੍ਹਾਂ ਜਿਹੜੇ ਟਾਇਲਟ ਆ ਉਹ ਬਣਾਏ ਗਏ ਨੇ, ਜਿੱਥੇ ਬੰਦਿਆਂ ਦੇ ਲਈ ਟਾਇਲਟ ਬਣਾਏ ਗਏ ਨੇ ਉੱਥੇ ਬੀਬੀਆਂ ਦੇ ਲਈ ਵੀ ਟਾਇਲਟ ਬਣਾਏ ਗਏ ਨੇ। ਤੁਸੀਂ ਦੇਖ ਸਕਦੇ ਹੋ ਸਾਫ਼ ਤੌਰ ਤੇ ਕਿ ਕਿਸ ਤਰ੍ਹਾਂ ਦੀ ਜਿਹੜੀ ਇਹ ਟਾਇਲਟ ਇੱਥੇ ਬਣਾਏ ਗਏ ਨੇ। ਗੱਲ ਕਰਾਂਗੇ ਉਸ ਕਾਰੀਗਰ ਦੇ ਨਾਲ जिसने ये टॉयलेट बनाए ने। सर की नाम है ਤੁਹਾਡਾ और ਕਿਹੜੀ जगह तो आए हो? सर मेरा नाम मिथिलेश गुप्ता है और मैं दिल्ली से हूँ और ये हमने यहाँ पर स्पेशली लेडीज़ और सीनियर सिटीजन के लिए टॉयलेट्स बनाए हैं और अभी हाल फिलहाल हमने सिर्फ एक लगाया है क्योंकि हमारा बजट मतलब उतना तक ही था और ये हमारा पूरी तरीके से रिसाइकल और कंपोस्ट बेस पर है। जिस तरह से देख रहे सी कि ਜਿਹੜੇ ਇਹ ਟਾਇਲਟ ਹੈ ਜਿਹੜੇ ਵੇਸਟ ਮਟੀਰੀਅਲ ਤੋਂ ਤਿਆਰ ਕੀਤੇ ਗਏ ਟਾਇਲਟ ਨੇ, ये वन टाइम यूज मटेरियल से बना हुआ है। ਸੋ ਤੁਹਾਨੂੰ ਤਸਵੀਰਾਂ ਦੇ ਜ਼ਰੀਏ ਦਿਖਾ ਸਕਦੇ ਹਾਂ ਕਿ ਜਿਹੜੀ ਇਹ ਟਾਇਲਟ ਬਣੀ ਹੋਈ ਹੈ ਵੇਸਟ ਮਟੀਰੀਅਲ ਤੋਂ ਤਿਆਰ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਿਹੜੀ ਪੂਰੀ ਸਫਾਈ ਦਾ ਅਰੇਂਜਮੈਂਟ ਇਸ ਨਾਲ ਕੀਤਾ ਜਾਂਦਾ। ਜਿਹੜੀਆਂ ਸ਼ੀਟਾਂ ਤਿਆਰ ਕੀਤੀਆਂ ਗਈਆਂ ਨੇ ਜੀ, ਜਿਹੜੀਆਂ ਸ਼ੀਟਾਂ ਅਸੀਂ ਦੇਖ ਰਹੇ ਹਾਂ ਇਹ ਕਿਸ ਤਰ੍ਹਾਂ ਤਿਆਰ ਕੀਤੀਆਂ ਗਈਆਂ ਨੇ, ਕਿਉਂਕਿ ਦੇਖਣ ਨੂੰ ਪੱਥਰ ਦੀ ਇੱਕ ਸ਼ੀਟ ਲੱਗ ਰਹੀ ਹੈ
ये सीटें हमने हाइड्रोलिक प्रेशर पे और स्लो हीटिंग में हमने इसको मेल्ट करके और बनाया है, जिससे कि मतलब जो गैस निकलती है ना वो भी कम से कम निकले, क्योंकि हमें मतलब थोड़ा पोल्यूशन का भी ध्यान रखना है। ਜਿਸ ਤਰ੍ਹਾਂ ਅਸੀਂ ਦੇਖ ਰਹੇ ਸੀ ਕਿ ਕੁਝ ਜਿਹੜੇ ਇਹਨਾਂ ਨੂੰ ਤੁਸੀਂ ਪੀਪੇ ਕਿਹਾ ਜਾਂਦਾ ਹੈਗਾ ਪੰਜਾਬ ਦੇ ਵਿੱਚ, ਇਸ ਦੇ ਨਾਲ ਜਿਹੜੀ ਲੋਹੇ ਦੇ ਨਾਲ ਕੁਝ ਬਣਾਏ ਗਏ ਨੇ। ਪਿੱਛੇ ਵੀ ਕੰਮ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਕੰਮ ਜਾਰੀ ਹੈ। ਇਸ ਦੇ ਨਾਲ ਇਹ ਕਿੱਦਾਂ ਦਾ ਮਟੀਰੀਅਲ ਆ ਔਰ ਕੀ ਕੀ ਚੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਨੇ? सर हमने ये अभी मेल यूरिनल हम बना रहे हैं, क्योंकि हमने देखा कि यहाँ पर काफ़ी लोग मतलब यूरिन ऐसे खुले में कर रहे हैं और यहाँ पर काफ़ी सारी लेडीज़ आई हुई हैं, तो जिसकी वजह से उन्हें भी प्रॉब्लम हो सकती है, इसलिए हम ये मेल यूरिनल वहाँ पर लगा रहे हैं। ਸੋ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀਆਂ ਇੱਕ ਖੋਜ ਕਾਰਜ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਦਿੱਲੀ ਦੇ ਬਾਰਡਰਾਂ ਤੇ ਚੱਲ ਰਿਹਾ ਔਰ ਲਗਾਤਾਰ ਇਸੇ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਨੇ ਇਹਨਾਂ ਵੱਲੋਂ ਕਿਹਾ ਗਿਆ ਕਿ ਫਿਲਹਾਲ ਅਸੀਂ ਇਹ ਛੋਟੇ ਲੈਵਲ ਤੇ ਪ੍ਰੋਜੈਕਟ ਕੀਤਾ ਪਰ ਹੋਰ ਇਸ ਨੂੰ ਵੱਡਾ ਕੀਤਾ ਜਾ ਸਕਦਾ। ਕੈਮਰਾਮੈਨ ਰਜਿੰਦਰ ਦੇ ਨਾਲ ਰੋਹਿਤ ਬੰਸਲ ਪੱਕਾ, ਨਿਊਜ਼ 18 ਪੰਜਾਬ, ਦਿੱਲੀ। ਤੇ ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ। ਸੈਲਾਨੀਆਂ ਦੇ ਨਾਲ ਗੁਲਜ਼ਾਰ ਹੋ ਗਈ ਹੈ ਇੱਕ ਵਾਰ ਫਿਰ ਤੋਂ ਮਨਾਲੀ। ਵੱਡੀ ਗਿਣਤੀ ਵਿੱਚ ਸੈਲਾਨੀ ਮਨਾਲੀ ਪਹੁੰਚ ਰਹੇ ਨੇ ਤੇ ਜੰਮ ਕੇ ਮੌਸਮ ਦਾ ਲੁਤਫ ਲੈ ਰਹੇ ਨੇ। ਮਨਾਲੀ ਦੀਆਂ ਖੂਬਸੂਰਤ ਵਾਦੀਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਰਫ਼ ਦੀ ਸਫੇਦ ਚਾਦਰ ਵਿਛ ਗਈ ਹੈ। ਅਜਿਹੀਆਂ ਖੂਬਸੂਰਤ ਵਾਦੀਆਂ ਦੇ ਦੀਦਾਰ ਦੇ ਲਈ ਸੈਲਾਨੀ ਮਨਾਲੀ ਪਹੁੰਚ ਰਹੇ ਨੇ। ਮਨਾਲੀ ਦੀ ਖੂਬਸੂਰਤੀ ਨੂੰ ਨਿਹਾਰਨ ਦੇ ਲਈ ਦੂਰ ਦਰਾਜ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਮਨਾਲੀ ਆ ਰਹੇ ਨੇ। ਅਜਿਹੇ ਵਿੱਚ ਸੈਰ ਸਪਾਟਾ ਕਾਰੋਬਾਰ ਦੇ ਨਾਲ ਜੁੜੇ ਲੋਕਾਂ ਦੇ ਚਿਹਰੇ ਖਿੜ ਗਏ ਨੇ। ਮਨਾਲੀ ਅਤੇ ਉਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਬੀਤੇ ਦਿਨਾਂ ਵਿੱਚ ਹੋਈ ਬਰਫ਼ਬਾਰੀ ਇੱਥੋਂ ਦੇ ਸੈਰ ਸਪਾਟਾ ਕਾਰੋਬਾਰ ਦੇ ਲਈ ਸੰਜੀਵਨੀ ਬਣ ਗਈ ਹੈ। ਘਾਟੀ ਵਿੱਚ ਬੀਤੇ ਹਫ਼ਤੇ ਹੋਈ ਬਰਫ਼ਬਾਰੀ ਦੇ ਬਾਅਦ ਇੱਥੇ ਸੈਰ ਸਪਾਟਾ ਕਾਰੋਬਾਰ ਦੇ ਵਿੱਚ ਵੱਡਾ ਇਜ਼ਾਫਾ ਹੋਇਆ ਹੈ। मनाली में आके बहुत मज़ा आ रहा है, क्योंकि स्नोफॉल हम फर्स्ट टाइम देख रहे हैं। क्योंकि पहले हम लोग दुबई में रहते तो वहाँ पे तो डेजर्ट ही था, तो यहाँ का एक्सपीरियंस अमेजिंग। पर सब लोग यहाँ के कहते हैं कि नवंबर में से ही बर्फ़ स्टार्ट हो गया और इस साल काफ़ी ज़्यादा पड़ा हुआ है। उन लोगों को ज़रूर एक बार इधर आना ही चाहिए। इट्स आई कांट से इन वन वर्ड, इट्स अ अमेजिंग एक्सपीरियंस। ਕ੍ਰਿਸਮਸ ਤੇ ਨਿਊ ਈਅਰ ਤੋਂ ਪਹਿਲਾਂ ਘਾਟੀ ਵਿੱਚ ਹੋਈ ਬਰਫ਼ਬਾਰੀ ਨਾ ਕੇਵਲ ਸੈਰ ਸਪਾਟਾ ਕਾਰੋਬਾਰ ਦੇ ਲਈ ਫਾਇਦੇਮੰਦ ਹੋ ਰਹੀ ਹੈ, ਬਲਕਿ ਘਾਟੀ ਦੇ ਕਿਸਾਨ ਬਾਗਬਾਨ ਵੀ ਇਸ ਬਰਫ਼ਬਾਰੀ ਨੂੰ ਫਾਇਦੇਮੰਦ ਮੰਨ ਰਹੇ ਨੇ। ਦੱਸ ਦਈਏ ਕਿ ਮਨਾਲੀ ਦਾ ਸੈਰ ਸਪਾਟਾ ਕਾਰੋਬਾਰ ਇਸ ਵਾਰ ਕਰੋਨਾ ਵਾਇਰਸ ਦੀ ਵਜ੍ਹਾ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਅਜਿਹੇ ਵਿੱਚ ਘਾਟੀ ਵਿੱਚ ਹੋਈ ਇਹ ਬਰਫ਼ਬਾਰੀ ਇੱਥੋਂ ਦੇ ਸੈਰ ਸਪਾਟਾ ਕਾਰੋਬਾਰ ਦੇ ਲਈ ਸੰਜੀਵਨੀ ਬਣ ਕੇ ਆਈ ਹੈ। Myntra end of recent sale is now live 20th to 24th December.